हाँ जी, बहुत बहुत स्वागत। ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਆਈ ਹੋਪ ਤੁਸੀਂ ਸਭ ਤੰਦਰੁਸਤ ਹੋਵੋਗੇ, ਆਪਣੀ ਆਲਸੀ ਪ੍ਰੈਪਰੇਸ਼ਨ ਨੂੰ ਬਹੁਤ ਸੀਰੀਅਸਲੀ ਕਰ ਰਹੇ ਹੋਵੋਗੇ। ਅੱਛਾ, ਅੱਜ ਅਸੀਂ ਕੋਈ ਕੁਐਸਚਨ ਨਹੀਂ ਡਿਸਕਸ ਕਰਨਾ, ਬਟ ਰਾਦਰ ਆਈ ਜਸਟ ਵਾਂਟ ਟੂ ਸੋਲਵ ਅ ਰੀਡਿੰਗ ਵਿਦ ਯੂ। ਠੀਕ ਹੈ, ਇੱਕ ਰੀਡਿੰਗ ਸੋਲਵ ਕਰਨੀ ਚਾਹੁੰਦਾ ਮੈਂ। 17th ਬੁੱਕ ਆ ਚੁੱਕੀ ਹੈ ਕੈਂਬਰਿਜ ਦੀ। ਠੀਕ ਹੈ, ਸੋ ਜਿਹੜੀ ਵੀ ਇਹ ਰੀਡਿੰਗ ਹੁਣ ਆਪਾਂ ਕਰ ਰਹੇ ਹਾਂ, ਦਿਸ ਇਜ਼ ਫਰੋਮ ਦ 17th ਬੁੱਕ। ਤੇ 17th ਬੁੱਕ ਦੀ ਪਹਿਲੀ ਰੀਡਿੰਗ ਅੱਜ ਆਪਾਂ ਸੋਲਵ ਕਰਨ ਲੱਗੇ ਹੋਏ ਹਾਂ। ਪਹਿਲੀ ਰੀਡਿੰਗ ਦਾ ਇਹ ਪਹਿਲਾ ਪੈਸੇਜ ਹੈ। ਬਾਈ ਦਾ ਵੇ, ਮਾਈ ਨੇਮ ਇਜ਼ ਏਕਮ ਐਂਡ ਦਿਸ ਇਜ਼ ਅ ਚੈਨਲ ਇੰਗਲਿਸ਼ ਫੈਮਿਲੀ। ਇੱਥੇ ਆਪਾਂ ਆਇਲਸ ਦੇ ਬਾਰੇ ਗੱਲਬਾਤ ਕਰਦੇ ਹਾਂ, ਪ੍ਰੈਪਰੇਸ਼ਨ ਕਿਸ ਢੰਗ ਨਾਲ ਕਰਨੀ ਚਾਹੀਦੀ ਉਸ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਅੱਛਾ, ਆਈਡੀਅਲ ਦ ਰੀਡਿੰਗ ਮੋਡਿਊਲ, ਤੇ ਰੀਡਿੰਗ ਮੋਡਿਊਲ ਦੇ ਵਿੱਚ ਹੁਣ ਤੱਕ ਵੀਡੀਓਜ਼ ਬਣ ਚੁੱਕੀਆਂ ਨੇ ਕਾਫੀ, ਜਿਹਦੇ ਵਿੱਚ ਅਸੀਂ ਰੀਡਿੰਗ ਦੀਆਂ ਟਿਪਸ ਡਿਸਕਸ ਕਰ ਚੁੱਕੇ ਹਾਂ, ਹਾਊ ਦ ਰੀਡਿੰਗ ਮਸਟ ਬੀ ਡਨ ਉਹ ਕਰ ਚੁੱਕੇ ਹਾਂ, ਕੁਐਸਚਨਸ ਕੁਝ ਸੋਲਵ ਕਰ ਚੁੱਕੇ ਹਾਂ, ਡਿਸਕਸ ਕਰ ਚੁੱਕੇ ਹਾਂ, ਜਿਹਨਾਂ ਵਿੱਚ ਸਮਰੀ ਹੋ ਗਈ ਜਾਂ ਈਵਨ ਹੋਰ ਇੱਦਾਂ ਦੇ ਬਥੇਰੇ ਕੁਐਸਚਨਸ ਨੇ ਜਿਹੜੇ ਆਪਾਂ ਡਿਸਕਸ ਕਰ ਚੁੱਕੇ ਹਾਂ। ਠੀਕ ਹੈ, ਸੋ ਪਲੀਜ਼ ਉਹਨਾਂ ਨੂੰ ਜਾ ਕੇ ਦੇਖ ਲਓ, ਤਾਂ ਕਿ ਤੁਸੀਂ ਇੱਕ ਜਦੋਂ ਰੀਡਿੰਗ ਕੋਈ ਵੀ ਸੋਲਵ ਕਰੋ ਤੁਹਾਨੂੰ ਉਹ ਸੌਖੀ ਲੱਗੇ। ਅੱਛਾ, ਹੁਣ ਆਪਾਂ ਜਿਹੜਾ ਕੰਮ ਕਰਨ ਲੱਗੇ ਆ ਉਹ ਬਹੁਤ ਇੰਪੋਰਟੈਂਟ ਹੈ, ਜਸਟ ਬਿਕੋਜ਼ ਤੁਹਾਨੂੰ ਇੱਕ ਤਾਂ ਪਤਾ ਲੱਗੇਗਾ ਵੀ ਰੀਡਿੰਗ ਨੂੰ ਸੋਲਵ ਕਿਸ ਢੰਗ ਨਾਲ ਕਰਨਾ ਚਾਹੀਦਾ ਹੈ, ਐਂਡ ਰੀਡਿੰਗ ਦੇ ਜਦੋਂ ਸੋਲਵ ਕਰੋਗੇ ਤੇ ਉਦੋਂ ਡਰਨਾ ਕਿਉਂ ਨਹੀਂ ਹੈ। ਬਿਕੋਜ਼ 99% ਜਿਹੜੇ ਬੱਚੇ ਹੁੰਦੇ ਪੰਜਾਬ ਦੇ, what they do, they just ruin their paper because of what? ਕਿਉਂਕਿ ਉਹ ਡਰ ਜਾਂਦੇ ਨੇ, ਐਂਡ ਸਭ ਤੋਂ ਵੱਧ ਡਰ ਕੇ ਤੋਂ ਲੱਗਦਾ ਰੀਡਿੰਗ ਤੋਂ। ਠੀਕ ਹੈ, ਸੋ ਅੱਜ ਜਿਸ ਢੰਗ ਦੇ ਨਾਲ ਰੀਡਿੰਗ ਮੈਂ ਕਰਨ ਲੱਗਾ, ਪਲੀਜ਼ ਇਹਨੂੰ ਇੱਕ ਵਾਰੀ ਫੋਲੋ ਕਰਕੇ ਦੇਖਿਓ। ਦਿਸ ਇਜ਼ ਵਨ ਆਫ ਦ ਈਜ਼ੀਐਸਟ ਵੇ ਟੂ ਸੋਲਵ ਰੀਡਿੰਗ, ਐਂਡ ਇਹਦੇ ਨਾਲ ਕੀ ਹੋਏਗਾ, ਤੁਹਾਡੇ ਬੈਂਡ ਸਕੋਰ ਵਿੱਚ ਬਹੁਤ ਫਰਕ ਪਵੇਗਾ। ਅੱਛਾ, ਹੁਣ ਕਰਦੇ ਹਾਂ। ਮੈਂ ਇਹ ਸੋਲਵ ਨਹੀਂ ਕੀਤੀ, ਠੀਕ ਹੈ, ਆਈ ਹੈਵ ਆਲਸੋ ਨਾਟ ਸੋਲਵਡ ਇਟ, ਬਟ ਇੱਕ ਵਾਰੀ ਕਰਕੇ ਦੇਖਦੇ ਹਾਂ। ਹੋ ਸਕਦਾ ਆਨਸਰ ਮੇਰੇ ਗਲਤ ਵੀ ਹੋਣ, ਹੋ ਸਕਦਾ ਸਹੀ ਵੀ ਹੋਣ। ਠੀਕ ਹੈ, ਐਂਡ ਵਿੱਚ ਜਿਹੜੇ ਇਹਦੇ ਆਨਸਰਸ ਨੇ ਉਹ ਮੈਂ ਆਪਣੇ ਲੈਵਲ ਤੇ ਚੈੱਕ ਕਰ ਲਵਾਂਗਾ। ਅਗਰ ਆਨਸਰਸ ਗਲਤ ਹੋਏ ਦੈਨ ਉਹ ਤੋਂ ਬਾਅਦ ਉਸ ਚੀਜ਼ ਨੂੰ ਮੈਂ ਵੀਡੀਓ ਦੁਬਾਰਾ ਬਣਾ ਦੂੰਗਾ ਜਾਂ ਉਹਨੂੰ ਮੈਂ ਪੋਸਟ ਹੀ ਨਹੀਂ ਕਰੂੰਗਾ, ਐਂਡ ਅਗਰ ਆ ਵੀਡੀਓ ਪੋਸਟ ਹੋਗੀ ਦੈਟ ਮੀਨਸ ਸਾਰੇ ਆਨਸਰਸ ਠੀਕ ਨੇ। ਅੱਛਾ, ਜਸਟ ਇਮੈਜਿਨ ਕਰਕੇ ਦੇਖ ਰਹੇ ਹਾਂ। ਸੋ ਪਹਿਲੀ ਚੀਜ਼ ਜਿਹੜੀ ਹਮੇਸ਼ਾ ਕਰਨੀ ਚਾਹੀਦੀ ਆ ਬਿਫੋਰ ਸੋਲਵਿੰਗ ਜਾਂ ਸਟਾਰਟਿੰਗ ਇਟ, ਕਿ ਪੇਪਰ ਕਿੱਦਾਂ ਕਰਨਾ ਰੀਡਿੰਗ ਦਾ, ਸਭ ਤੋਂ ਪਹਿਲਾਂ ਹਮੇਸ਼ਾ ਕਹਿੰਦੇ ਕੀ ਹੈ, ਕੁਐਸਚਨਸ ਪੜ੍ਹਨੇ ਚਾਹੀਦੇ ਆ। ਸੋ ਆਪਾਂ ਕਰਾਂਗੇ ਕੀ, ਸਭ ਤੋਂ ਪਹਿਲਾਂ ਕੁਐਸਚਨਸ ਪੜਾਂਗੇ, ਉਹਨਾਂ ਵਿੱਚ ਕੀਵਰਡਸ ਲੱਭਾਂਗੇ, ਫਿਰ ਉਹਨਾਂ ਕੀਵਰਡਸ ਨੂੰ ਗਾ ਜਾ ਕੇ ਆਪਾਂ what we will be doing will be locating them। ਸੋ ਕਿੱਦਾਂ ਕਰਨਾ, ਸਭ ਤੋਂ ਪਹਿਲਾਂ ਹੁਣ ਪਹਿਲਾਂ ਦੇਖੋ ਕੁਐਸਚਨਸ ਹੈ ਕਿੱਦਾਂ ਦੇ। ਨਾਓ ਜਸਟ ਆਬਜ਼ਰਵ ਕਰੋ ਧਿਆਨ ਦੇ ਨਾਲ, ਕੁਐਸਚਨਸ ਕਿਸ ਢੰਗ ਦੇ ਨੇ। ਇੱਕ ਤਾਂ ਹੈਗੀ ਆ ਤੁਹਾਡੀਆਂ ਬਲੈਂਕਸ ਨੇ, ਦੂਜੇ ਹੈਗੀਆਂ ਤੁਹਾਡੀਆਂ ਟਰੂ ਫਾਲਸ ਨੇ। ਅੱਛਾ ਬੱਚਾ, ਜਦੋਂ ਇਦਾਂ ਦੀ ਸਿਚੁਏਸ਼ਨ ਹੋਵੇ ਨਾ ਵੀ ਇੱਕ ਪਾਸੇ ਤੁਹਾਡੀ ਬਲੈਂਕਸ ਹੋਣ ਤੇ ਦੂਜੇ ਪਾਸੇ ਟਰੂ ਫਾਲਸ ਹੋਣ, ਹਮੇਸ਼ਾ ਯਾਦ ਰੱਖੋ ਪਹਿਲਾਂ ਬਲੈਂਕਸ ਨੂੰ ਪੜੋ। Why I am saying this? Just because ਕਿ ਅਗਰ ਟਰੂ ਫਾਲਸ ਪੜੋਗੇ ਉਹ ਤੁਹਾਨੂੰ ਥੋੜਾ ਜਿਹਾ ਮਿਸਗਾਈਡ ਕਰ ਸਕਦੇ ਆ। ਫੋਰ ਐਗਜ਼ਾਮਪਲ ਕਿਦਾਂ, ਉਹਦੇ ਵਿੱਚ ਕੁਝ ਚੀਜ਼ਾਂ ਨਾਟ ਗਿਵਨ ਵੀ ਹੋ ਸਕਦੀਆਂ ਨੇ। ਠੀਕ ਹੈ, ਅਗਰ ਕੁਝ ਚੀਜ਼ਾਂ ਨਾਟ ਗਿਵਨ ਹੋਣਗੀਆਂ ਤੇ ਤੁਸੀਂ ਉਹਨੂੰ ਫਿਰ ਲੱਭੋਗੇ ਕਿੱਦਾਂ, 1 ਪੁਆਇੰਟ। ਹੁਣ ਕੁਝ ਚੀਜ਼ਾਂ ਫਾਲਸ ਵੀ ਹੋ ਸਕਦੀਆਂ ਨੇ। ਠੀਕ ਹੈ, ਸੋ ਹੋ ਸਕਦਾ ਤੁਸੀਂ ਉਹਨੂੰ ਸੱਚ ਮੰਨ ਕੇ ਤੁਸੀਂ ਉਹਨੂੰ ਉਸ ਬੇਸ ਤੇ ਆਪਣੀ ਇੱਕ ਮਾਈਂਡ ਦੀ ਨਾ ਇੱਕ ਥਿੰਕਿੰਗ ਉਸ ਹਿਸਾਬ ਨਾਲ ਬਣਾ ਲਓਗੇ ਪੈਸੇਜ ਨੂੰ ਲੈ ਕੇ। ਸੋ ਕਦੀ ਵੀ ਜਦੋਂ ਤੁਹਾਡੇ ਕੋਲ ਕੁਐਸਚਨਸ ਹੋਣ ਐਂਡ ਇੱਕ ਪਾਸੇ ਤੁਹਾਡੇ ਕੋਲ ਬਲੈਂਕਸ ਹੋਣ, ਸਮਰੀ ਹੋਵੇ, ਇਦਾਂ ਦੀ ਚੀਜ਼ ਹੋਣ, ਤੇ ਦੂਜੇ ਪਾਸੇ ਟਰੂ ਫਾਲਸ ਹੋਣ, MCQs ਹੋਣ, ਸੋ ਹਮੇਸ਼ਾ ਉਸ ਪਾਸੇ ਪੜੋ, ਉਹ ਚੀਜ਼ਾਂ ਪੜੋ ਜਿਹੜੇ ਕਿ ਠੋਸ ਹੋਣ, ਸੋਲਿਡ ਹੋਣ, ਐਂਡ ਜਿਹੜੇ ਤੁਹਾਡੀ ਥਿੰਕਿੰਗ ਨੂੰ ਸਗੋਂ ਬੂਸਟ ਕਰਨਗੀਆਂ। ਸੋ ਉਦਾਂ ਦੀ ਚੀਜ਼ਾਂ ਪੜੋ। ਸੋ ਜਿਵੇਂ ਬਲੈਂਕਸ ਨੇ ਇਹ ਤੁਹਾਡੀ ਥਿੰਕਿੰਗ ਨੂੰ ਬੂਸਟ ਕਰਨਗੀਆਂ। ਟਰੂ ਫਾਲਸ ਜਿਹੜੇ ਆ ਉਹਦੇ ਵਿੱਚ ਜਸਟ ਆਪਾਂ ਕੀਵਰਡ ਲੱਭਾਂਗੇ, will not understand them, will just merely read them। ਇਹਨਾਂ ਨੂੰ ਆਪਾਂ ਰੀਡ ਵੀ ਕਰਾਂਗੇ, ਰਾਦਰ ਹੁਣੇ ਸਮਝਾਂਗੇ ਤਾਂ ਕਿ ਆਪਾਂ ਨੂੰ ਸੌਖਾ ਰਹੇ। ਅੱਛਾ, ਸੋ ਸਭ ਤੋਂ ਪਹਿਲੀ ਚੀਜ਼ ਆਪਾਂ ਕਰਨਾ ਕੀ ਹੈ, we will be looking for the keywords। ਹੁਣ ਕੀਵਰਡ ਨੂੰ ਮੈਂ ਜਿਹੜਾ ਆ ਉਹ ਇਸ ਜਿਹੜਾ ਰੰਗ ਹੈ ਯੈਲੋ ਦੇ ਨਾਲ I'll be just doing it। ਠੀਕ ਹੈ, ਸੋ ਉਹਨੂੰ ਥੋੜਾ ਧਿਆਨ ਰੱਖੋ। ਪਹਿਲਾ ਕੀਵਰਡ ਹੈਗਾ ਲੰਡਨ। ਹੁਣ ਲੰਡਨ ਨੂੰ ਉਹ ਹੋਰ ਕਿਸੇ ਢੰਗ ਨਾਲ ਨਹੀਂ ਲਿਖ ਸਕਦੇ, ਸੋ ਪਹਿਲਾ ਕੀਵਰਡ ਜਿਹਨੂੰ ਕੋਈ ਹਿਲਾ ਨਹੀਂ ਸਕਦਾ, that is a ਲੰਡਨ। ਸੈਕੰਡ ਕੀਵਰਡ ਜਿਹੜਾ ਹੈਗਾ ਉਹ ਹੈਗਾ 1800 ਤੋਂ ਲੈ ਕੇ 1850, ਦੋ ਤੁਹਾਡੇ ਕੋਲ ਸਾਲ ਆ ਗਏ। ਠੀਕ ਹੈ, ਹੁਣ ਇਹਨਾਂ ਨੂੰ ਕਿੱਦਾਂ ਲਿਖ ਸਕਦੇ ਆ, ਉਹ ਲਿਖ ਸਕਦੇ ਇਨੀਸ਼ੀਅਲ 50 years of ਫਲਾਨੀ ਸੈਂਚੁਰੀ, ਉਹ ਇਦਾਂ ਵੀ ਲਿਖ ਸਕਦੇ ਆ। ਅੱਛਾ, ਇੱਕ ਕੀਵਰਡ ਆਪਾਂ ਮਿਸ ਕਰ ਗਏ, ਉਹ ਹੈਗਾ ਤੁਹਾਡਾ ਲੰਡਨ ਅੰਡਰਗਰਾਉਂਡ ਰੇਲਵੇ।
ਜਿਹੜਾ ਕਿ ਮੇਨ ਤੁਹਾਡਾ ਪੈਸੇਜ ਦਾ ਨਾਮ ਹੀ, ਠੀਕ ਹੈ। ਅੱਛਾ, ਦੈਨ ਹੋਰ ਕੀਵਰਡ ਕਿਹੜਾ ਆ, ਹਾਰਸ ਡਰਿਵਨ ਵਹੀਕਲਸ, ਤੀਜਾ ਕੀਵਰਡ ਹੋ ਗਿਆ ਤੁਹਾਡੇ ਕੋਲ, ਠੀਕ ਹੈ। ਫਿਰ ਆ ਗਿਆ ਤੁਹਾਡਾ ਚਾਰਲਸ ਪੀਅਰਸਨ, ਅਗਲਾ ਕੀਵਰਡ। ਅੱਛਾ, ਇਹਦੇ ਵਿੱਚ ਅਬਜ਼ਰਵ ਕਰੋ ਕਿ ਤੁਹਾਡਾ ਜਿਹੜਾ ਚਾਰਲਸ ਪੀਅਰਸਨ ਹੈ ਉਹਦੇ ਨਾਲ ਇੱਕ ਆ ਵੀ ਇੱਕ ਕੀਵਰਡ ਬਣਦਾ, ਠੀਕ ਹੈ, ਹੋਰ ਇੱਥੇ ਕੋਈ ਕੀਵਰਡ ਨਹੀਂ ਹੈਗਾ। ਬਟ ਸੈਕੰਡ ਬਲੈਂਕ ਤੋਂ ਜਿਹੜਾ ਥੱਲੇ ਹੈ ਉਹ ਤੁਹਾਡੇ ਕੋਲ ਕੀਵਰਡ ਹੈਗਾ ਪੀਅਰਸਨਸ ਆਈਡੀਆ। ਨਾਓ ਦੈਟ ਮੀਨਸ ਤੁਹਾਡੀ ਜਿਹੜੀ ਸੈਕੰਡ ਬਲੈਂਕ ਹੈ ਐਂਡ ਥਰਡ ਬਲੈਂਕ ਜਿਹੜੀ ਹੈਗੀ ਆ ਉਹਦੇ ਵਿੱਚ ਇੱਕ ਪਾਸੇ ਚਾਰਲਸ ਪੀਅਰਸਨ ਹੈ, ਦੂਜੇ ਪਾਸੇ ਉਹਦਾ ਆਈਡੀਆ ਹੈ। ਇਹਦਾ ਮਤਲਬ ਇਹ ਆਨਸਰ ਇੱਕੋ ਪੈਰਾਗ੍ਰਾਫ 'ਚ ਹੋਣੇ ਚਾਹੀਦੇ ਨੇ, ਜਸਟ ਬਿਕੋਜ਼ ਇੱਕ ਤਾਂ ਉਹਨਾਂ ਨੇ ਉਹਨੂੰ ਇੱਕ ਡਿਫਰੈਂਟ ਹੈਡਿੰਗ ਦਿੱਤੀ ਹੈ, ਪ੍ਰਪੋਜ਼ ਸੋਲੂਸ਼ਨ, ਠੀਕ ਹੈ, ਵਿਚ ਇਜ਼ ਡਿਫਰੈਂਟ ਫਰੋਮ ਦਾ ਪ੍ਰੋਬਲਮ। ਹੁਣ ਇੱਕ ਪੈਰਾਗ੍ਰਾਫ 'ਚ ਹੋ ਸਕਦਾ ਪ੍ਰੋਬਲਮ ਡਿਸਕਸ ਹੋਈ ਹੋਵੇ, ਇੱਕ ਵਿੱਚ ਹੋ ਸਕਦਾ ਸੋਲੂਸ਼ਨ ਹੋਵੇ, ਇੱਕ ਵਿੱਚ ਉਹਦੀ ਕੰਸਟਰਕਸ਼ਨ, ਇੱਕ ਵਿੱਚ ਫਰਦਰ ਉਹਦਾ ਜੋ ਵੀ ਹੋਏਗਾ। ਸੋ ਇਹਦਾ ਮਤਲਬ ਤੁਹਾਡਾ ਜਿਹੜਾ ਕੀਵਰਡ ਜਿਹਦੇ ਵਿੱਚ ਚਾਰਲਸ ਪੀਅਰਸਨ ਲਿਖਿਆ ਉਹਦੇ ਵਿੱਚ ਹੀ ਇਹਦਾ ਆਨਸਰ ਹੋਏਗਾ, ਉਸ ਪੈਸੇਜ ਵਿੱਚ, ਉਸ ਪੈਰਾਗ੍ਰਾਫ ਦੇ ਵਿੱਚ, ਠੀਕ ਹੈ। ਅੱਛਾ, ਹੋਰ ਦੇਖੋ ਅਗਲਾ ਕੀਵਰਡ ਕਿਹੜਾ ਹੈਗਾ। ਅਗਲਾ ਹੈਗਾ ਜੀ ਵਰਡ ਤੁਹਾਡਾ ਕੰਪਨੀ, ਠੀਕ ਹੈ। ਫਿਰ ਉਸ ਤੋਂ ਬਾਅਦ ਕੀ ਹੈਗਾ ਤੁਹਾਡੇ ਕੋਲ ਵਰਡ ਪ੍ਰੋਜੈਕਟ, ਠੀਕ ਹੈ। ਫਿਫਥ ਵਿੱਚ ਹੈਗਾ ਨੈਗੇਟਿਵ ਆਰਟੀਕਲਸ ਅਪੀਅਰਡ ਇਨ ਡੈਸ਼। ਹੁਣ ਇੱਕ ਚੀਜ਼ ਆਬਜ਼ਰਵ ਕਰੋ ਜਿਹੜੀ ਮੈਂ ਤੁਹਾਨੂੰ ਗੱਲ ਕਰ ਰਿਹਾ, ਆਪਾਂ ਇਹਨੂੰ ਸਮਝਣ ਦੀ ਵੀ ਕੋਸ਼ਿਸ਼ ਕਰਦੇ ਨਾਲ ਨਾਲ। ਉਹ ਇਹ ਹੈ ਕਿ ਇਹਦੇ ਵਿੱਚ ਪ੍ਰਪੋਜ਼ ਸੋਲੂਸ਼ਨ ਬਾਰੇ ਗੱਲ ਹੋਈ ਹੈ, ਪਹਿਲੇ ਵਿੱਚ ਪ੍ਰੋਬਲਮ ਬਾਰੇ ਗੱਲ ਹੋਈ ਸੀ। ਹੁਣ ਥਰਡ ਕੀ ਗੱਲ ਹੋਈ ਆ, ਕੰਸਟਰਕਸ਼ਨ ਬਾਰੇ, ਠੀਕ ਹੈ। ਇਹਦਾ ਇੱਕ ਵੱਖਰਾ ਪੈਰਾਗ੍ਰਾਫ ਹੋਏਗਾ ਕਿਤੇ ਨਾ ਕਿਤੇ। ਅੱਛਾ, 6th ਬਲੈਂਕ ਤੋਂ ਪਹਿਲਾਂ ਆਉਂਦਾ ਕੱਟ ਐਂਡ ਕਵਰ, ਫਿਰ ਆਉਂਦਾ ਟਨਲ, ਠੀਕ ਹੈ, ਟਨਲਸ। ਇਹ ਤੁਹਾਡੇ ਕੀਵਰਡ ਨੇ, ਠੀਕ ਹੈ। ਸੋ ਬੱਚਾ ਆਪਾਂ ਕਰਨਾ ਕੀ ਆ, ਜਦੋਂ ਆਪਾਂ ਸੋਲਵ ਕਰਨਾ ਆ ਆਪਾਂ ਪਹਿਲਾਂ ਇਹ ਸਾਰੇ ਕੀਵਰਡ ਲੱਭ ਲੈਣੇ, ਠੀਕ ਹੈ। ਹਾਲੇ ਆਪਾਂ ਰੀਡਿੰਗ ਇਹ ਲੋ ਪੜ੍ਹਨੀ ਸ਼ੁਰੂ ਵੀ ਨਹੀਂ ਕੀਤੀ, ਬਟ ਆਪਾਂ ਨੂੰ ਇੰਨਾ ਸਮਝ ਲੱਗ ਗਿਆ ਕਿ ਜਿਹੜਾ ਪੈਸੇਜ ਹੈ ਉਹ ਇੱਕ ਬੰਦੇ ਬਾਰੇ ਹੈ, ਉਹ ਲੰਡਨ ਬਾਰੇ ਹੈ, ਉਹ ਟਨਲਸ ਬਾਰੇ ਹੈ, ਉਹ ਉਸਦੇ ਕੋਈ ਆਈਡੀਆ ਜਾਂ ਪ੍ਰੋਜੈਕਟ ਬਾਰੇ ਹੈ। ਇੰਨਾ ਕੁ ਰਫ ਆਈਡੀਆ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਜਸਟ ਬਿਕੋਜ਼ ਕਿ ਤੁਸੀਂ ਕੁਐਸਚਨਸ ਪੜ੍ਹੇ ਹੈ। ਐਂਡ ਇੱਕ ਐਗਜ਼ਾਮੀਨਰ ਦੇ ਪਰਸਪੈਕਟਿਵ ਤੋਂ ਸੋਚ ਕੇ ਦੇਖੋ ਕਿ ਐਗਜ਼ਾਮੀਨਰ ਕੁਐਸਚਨ ਉਸ ਚੀਜ਼ ਦਾ ਪਾਉਂਦਾ ਜਿਹੜਾ ਕਿ ਉਹਨੂੰ ਇੰਪੋਰਟੈਂਟ ਲੱਗਦਾ, ਠੀਕ ਹੈ। ਸੋ ਇਹ ਚੀਜ਼ ਬਹੁਤ ਇੰਪੋਰਟੈਂਟ ਹੈ ਕਿ ਕੁਐਸਚਨ ਨੂੰ ਤੁਸੀਂ ਇਸ ਢੰਗ ਨਾਲ ਪੜ੍ਹੋ ਕਿ ਤੁਹਾਨੂੰ ਪੈਸੇਜ ਵੀ ਪੱਲੇ ਪਵੇ, ਠੀਕ ਹੈ। ਅੱਛਾ, ਹੁਣ ਕਰਨਾ ਕੀ ਹੈ, ਧਿਆਨ ਦੇਖੋ। ਹੱਲੇ ਤੱਕ ਤਾਂ ਆਪਾਂ ਬਲੈਂਕ ਜਿਹੜੇ ਨਾ ਉਹਨੂੰ ਸਮਝਿਆ ਵੀ ਹੈ ਥੋੜਾ ਥੋੜਾ। ਟਰੂ ਫਾਲਸ ਜਦੋਂ ਕੀਵਰਡ ਲੱਭਣੇ ਆ ਨਾ, ਤੁਸੀਂ ਸਟਾਈਲ ਦੇਖਿਓ, ਮੈਂ ਟਰੂ ਫਾਲਸ ਪੜ੍ਹ ਵੀ ਨਹੀਂ ਰਿਹਾ ਬਟ ਮੈਂ ਉਹਨੂੰ ਸੋਲਵ ਕਰਨ ਦੀ ਉਹਦੇ ਚੋਂ ਕੀਵਰਡ ਲੱਭਣ ਦੀ ਕੋਸ਼ਿਸ਼ ਕਰੂੰਗਾ। ਪਹਿਲਾ ਕੀਵਰਡ ਕੀ ਆ, ਮੈਟਰੋਪੋਲੀਟਨ ਲਾਈਨ, ਠੀਕ ਹੈ। ਸੈਕੰਡ ਫਿਰ ਮੈਟਰੋਪੋਲੀਟਨ ਲਾਈਨ, ਠੀਕ ਹੈ। ਅੱਛਾ, ਵੈਂਟੀਲੇਸ਼ਨ ਸ਼ਾਫਟ, ਮੈਂ ਕੀਵਰਡ ਉਹੀ ਚੱਕ ਰਿਹਾ ਜਿਹੜਾ ਕਿ ਚੀਜ਼ਾਂ ਦੇ ਨਾਮ ਨੇ ਜਾਂ ਥਾਵਾਂ ਦੇ ਨਾਮ, ਠੀਕ ਹੈ। ਮੈਟਰੋਪੋਲੀਟਨ ਲਾਈਨ ਹੋ ਗਈ, ਵੈਂਟੀਲੇਸ਼ਨ ਸ਼ਾਫਟ ਹੋ ਗਿਆ, ਕੱਟ ਐਂਡ ਕਵਰ ਹੋ ਗਿਆ, ਟੈਕਨੀਕ। ਇੱਕ ਹੋਰ ਯਾਦ ਰੱਖੋ, ਜਿਹੜੇ ਕੌਮੇ ਦੇ ਵਿੱਚ ਲਿਖਿਆ ਹੁੰਦਾ ਇਹਨਾਂ ਨੂੰ ਪੈਰਾਫ੍ਰੇਜ਼ ਨਹੀਂ ਕਰ ਸਕਦੇ ਜਸਟ ਬਿਕੋਜ਼ ਉਹ ਕਿਸੇ ਨਾ ਕਿਸੇ ਚੀਜ਼ ਦਾ ਨਾਮ ਹੁੰਦਾ, ਠੀਕ ਹੈ। ਅੱਛਾ, ਵਿੰਡੋਜ਼ ਕੀਵਰਡ ਹੋ ਵੀ ਸਕਦਾ, ਨਹੀਂ ਵੀ ਹੋ ਸਕਦਾ, ਉਹਨਾਂ ਨੂੰ ਹੋਰ ਢੰਗ ਨਾਲ ਲਿਖਿਆ ਜਾ ਸਕਦਾ। ਸਿਟੀ ਸਾਊਥ ਲੰਡਨ ਟ੍ਰੇਨਸ, ਇਹ ਪੱਕਾ ਕੀਵਰਡ ਹੈ, ਠੀਕ ਹੈ। ਦੈਨ ਉਹ ਤੋਂ ਬਾਅਦ ਆ ਗਿਆ ਸਿਟੀ ਸਾਊਥ ਲੰਡਨ ਰੇਲਵੇ, ਫਿਰ ਉਹੀ ਆ ਗਿਆ ਕੀਵਰਡ। ਫਿਰ ਆ ਗਿਆ ਆਹ ਵਾਲਾ ਟੁਪਨੀ ਟਿਊਬ, ਆਈ ਡੋਂਟ ਨੋ ਇਹ ਕੀ ਹੈ ਪਰ ਟੁਪਨੀ ਟਿਊਬ ਕਰਕੇ ਹੈਗਾ। ਸੋ ਇਹ ਤੁਹਾਡੇ ਕੀਵਰਡ ਹੈ। ਹਲੇ ਤੱਕ ਮੈਂ ਟਰੂ ਫਾਲਸ ਨੂੰ ਪੜ੍ਹਨ ਦੀ ਕੋਸ਼ਿਸ਼ ਵੀ ਨਹੀਂ ਕੀਤੀ, ਬਟ ਮੈਂ ਜਿਹੜੇ ਮੇਨ ਨਾਮ ਹੈ ਉਹ ਮੈਂ ਚੱਕ ਲਿਆ, ਠੀਕ ਹੈ, ਸਮਝ ਲੱਗੀ। ਸੋ ਆਪਾਂ ਕਰਨਾ ਕੀ ਆ, ਹੁਣ ਸਿੰਪਲੀ ਆਪਾਂ ਸਾਰੇ ਕੀਵਰਡ ਜਿਹੜੇ ਆ ਉਹ ਲੱਭ ਲੈਣੇ, ਠੀਕ ਹੈ। ਆ ਦੇਖੋ, ਜਸਟ ਆਬਜ਼ਰਵ, ਆ ਰਿਹਾ ਜੀ ਤੁਹਾਡਾ, ਆ ਰਿਹਾ। ਅੱਛਾ, ਸਭ ਤੋਂ ਪਹਿਲਾਂ ਆਪਾਂ ਕੀ ਲੱਭਣਾ ਸੀਗਾ, ਆਪਾਂ ਲੱਭਣੇ ਆ ਲੰਡਨ ਲੱਭਣਾ, 1800 ਲੱਭਣਾ, ਹਾਊਸ ਡਰੋਨ ਵਹੀਕਲਸ ਚਾਰਜ ਪਰ ਸਿੰਪਲ, ਇੰਨਾ ਕੁ ਲੱਭ ਲਈ। ਚਲ ਲਓ ਜੀ, 1800 ਆ ਗਿਆ, ਲੰਡਨ ਆ ਗਿਆ, ਠੀਕ ਹੈ ਜੀ। ਫਿਰ ਤੁਹਾਡਾ ਹਾਰਸ ਡਰਿਵਨ ਟ੍ਰੈਫਿਕ ਆ ਗਿਆ ਜੀ ਤੁਹਾਡਾ, ਠੀਕ ਹੈ ਜੀ। ਫਿਰ ਤੁਹਾਡਾ ਆ ਗਿਆ ਚਾਰਲਸ ਪੀਅਰਸਨ ਆ ਗਿਆ, ਠੀਕ ਹੈ। ਸੋ ਆਪਾਂ ਇਹ ਚਾਰ ਲੱਭ ਲਏ। ਹੋਰ ਸਿਟੀ ਲੰਡਨ ਫਿਰ ਰਿਪੀਟ ਹੁੰਦਾ ਆ, ਆਈਡੀਆ ਇੱਥੇ ਲਿਖਿਆ ਹੋਇਆ ਉਹਦਾ, ਠੀਕ ਹੈ। ਹੋਰ ਆਪਾਂ ਨੂੰ ਕੀ ਚਾਹੀਦਾ ਸੀਗਾ, ਅਗਲੇ ਕੀਵਰਡ ਕੀ ਚਾਹੀਦੇ ਆ ਤੁਹਾਨੂੰ, ਚਾਹੀਦਾ ਆ ਕੰਪਨੀ ਚਾਹੀਦਾ ਆ, ਦੈਨ ਤੁਹਾਡਾ ਨੈਗੇਟਿਵ ਆਰਟੀਕਲਸ ਚਾਹੀਦਾ, ਕੱਟ ਐਂਡ ਕਵਰ ਚਾਹੀਦਾ, ਟਨਲਸ ਚਾਹੀਦੀਆਂ ਨੇ, ਠੀਕ ਹੈ। ਆਲਰਾਈਟ, ਇਹਦੇ ਵਿੱਚ ਹੋਰ ਕੀ ਆ ਸਕਦਾ, ਪੀਅਰਸਨ ਇੱਥੇ ਵੀ ਲਿਖਿਆ ਹੋਇਆ, ਠੀਕ ਹੈ। ਆਰਟੀਕਲਸ ਆ ਲਿਖੇ ਹੋਏ ਆ, ਵਰਡ ਆਰਟੀਕਲਸ ਇੱਥੇ ਹੈਗਾ ਆ, ਠੀਕ ਹੈ।
ਕੱਟ ਐਂਡ ਕਵਰ ਲੱਭਣਾ ਚਾਹੀਦਾ ਕਿਤੇ ਨਾ ਕਿਤੇ। ਹੁਣ ਇਸ ਤੋਂ ਥੱਲੇ ਕੱਟ ਐਂਡ ਕਵਰ, ਕੱਟ ਐਂਡ ਕਵਰ, ਕੱਟ ਐਂਡ ਕਵਰ, ਕੱਟ ਐਂਡ ਕਵਰ ਇੱਥੇ ਹੋਣਾ ਚਾਹੀਦਾ। ਆ ਰਿਹਾ ਆ ਰਿਹਾ ਆ ਰਿਹਾ ਆ ਰਿਹਾ। ਅੱਛਾ, ਜਸਟ ਓਬਜ਼ਰਵ ਕਰੋ ਕਿ ਜਿਹੜੇ ਤੁਹਾਡੇ ਕੀਵਰਡਸ ਨੇ ਉਹ ਤੁਹਾਨੂੰ ਪ੍ਰੋਪਰ ਕ੍ਰੋਨੋਲੋਜੀਕਲ ਆਰਡਰ 'ਚ ਮਿਲੇ। ਫੋਰ ਐਗਜ਼ਾਮਪਲ ਜਿੱਦਾਂ ਤੁਹਾਨੂੰ ਬਲੈਂਕਸ ਵਿੱਚ ਮਿਲੇ ਸੀਗੇ, ਲੰਡਨ ਮਿਲ ਗਿਆ, ਹਾਰਸ ਡਰਾਉਨ, ਟ੍ਰੈਫਿਕ ਲੱਭ ਗਿਆ, ਚਾਰਲਸ ਪੀਅਰਸਨ ਲੱਭ ਗਿਆ। ਥੋੜਾ ਵੱਡਾ ਕਰਦੇ ਆ ਅਗਰ ਤੁਹਾਨੂੰ ਮੁਸ਼ਕਿਲ ਲੱਗ ਰਿਹਾ। ਹਾਂ ਚਲੋ, ਪੀਅਰਸਨ ਲੱਭ ਗਿਆ, ਆਈਡੀਆ ਲੱਭ ਗਿਆ, ਫਿਰ ਆਰਟੀਕਲਸ ਲੱਭ ਗਿਆ, ਦੈਨ ਕੱਟ ਐਂਡ ਕਵਰ ਲੱਭ ਗਿਆ। ਠੀਕ ਹੈ, ਹੁਣ ਤੁਹਾਨੂੰ ਟਰੂ ਫਾਲਸ ਦੇ ਕੀਵਰਡ ਲੱਭਣੇ ਆ। ਉਹ ਕਿਹੜੇ ਕਿਹੜੇ ਸੀਗੇ ਤੁਹਾਡੇ? ਮੈਟਰੋਪੋਲੀਟਨ ਵੈਂਟੀਲੇਸ਼ਨ ਸ਼ਾਫਟ, ਟਪਨੀ ਟਿਊਬ ਐਂਡ ਆਲ। ਅੱਛਾ, ਇਹ ਦੇਖੋ ਕਿੱਥੋਂ ਲੱਭਿਆ? ਮੈਟਰੋਪੋਲੀਟਨ ਲਾਈਨ ਲੱਭਿਆ। ਠੀਕ ਹੈ, ਦੈਨ ਮੈਟਰੋਪੋਲੀਟਨ ਫੇਰ ਲੱਭਿਆ। ਹੁਣ ਆਪਾਂ ਨੂੰ ਚਾਹੀਦਾ ਤੁਹਾਡਾ ਉਹ ਸ਼ਾਫਟ ਵੈਂਟੀਲੇਸ਼ਨ ਵਾਲੀਆਂ ਚਾਹੀਦੀਆਂ ਨੇ। ਵੈਂਟੀਲੇਸ਼ਨ ਲੋਕੋਮੋਟਿਵ, ਵਾਟਰ ਟੈਂਕਸ ਕਿਤੇ ਨਹੀਂ ਹੈਗਾ, ਸਮੋਕ ਵਾਸ ਅ ਪ੍ਰੋਬਲਮ। ਆ ਰਿਹਾ, ਸ਼ਾਫਟ ਲੱਭ ਗਿਆ ਤੁਹਾਨੂੰ। ਠੀਕ ਹੈ, ਫਿਰ ਉਸ ਤੋਂ ਬਾਅਦ ਤੁਹਾਨੂੰ ਹੋਰ ਕੀ ਚਾਹੀਦਾ ਆ? ਯੂ ਨੀਡ ਟਨਲ ਲਿਖਿਆ, ਕੱਟ ਐਂਡ ਕਵਰ ਲਿਖਿਆ, ਮੈਥਡ ਲਿਖਿਆ। ਠੀਕ ਹੈ, ਫਿਰ ਉਸ ਤੋਂ ਬਾਅਦ ਤੁਹਾਡਾ ਹੋਰ ਕੀ ਚਾਹੀਦਾ? ਯੂ ਨੀਡ ਟਿਪਨੀ ਟਿਊਬ ਇੱਕ ਸੀਗਾ, ਆ ਰਿਹਾ ਟਿਪਨੀ ਟਿਊਬ। ਅੱਛਾ, ਹੁਣ ਤੁਹਾਨੂੰ ਟਰੂ ਫਾਲਸ ਦੇ ਤੁਹਾਡੇ ਜਿਹੜੇ ਹੈਗੇ ਤੁਹਾਨੂੰ ਕੀਵਰਡ ਲੱਭ ਚੁੱਕੇ ਆ। ਅੱਛਾ, ਇਮੈਜਿਨ ਦੈਟ ਹਾਲੇ ਤੱਕ ਆਪਾਂ ਪੈਸੇ ਨੂੰ ਪੜ੍ਹਨਾ ਸ਼ੁਰੂ ਨਹੀਂ ਕੀਤਾ, ਬਟ ਆਪਾਂ ਤਾਂ ਵੀ ਆਪਾਂ ਲੋਕੇਟ ਕਰ ਲਿਆ। ਹੁਣ ਹੋਇਆ ਕੀ ਹੈ ਇਹਦੇ ਨਾਲ ਕਿ ਤੁਹਾਨੂੰ ਪਤਾ ਲੱਗ ਗਿਆ ਆਪਾਂ ਪੜ੍ਹਨਾ ਕੀ ਹੈ। ਹੁਣ ਇਮੈਜਿਨ ਦੈਟ ਕਿ ਜਿਹੜਾ ਇੱਥੋਂ ਤੱਕ ਆਨਸਰਸ ਜਿਹੜੇ ਨੇ ਉਹ ਸਿਰਫ ਹੈਗੇ ਤੁਹਾਡੇ ਸਮਰੀ ਦੇ, ਜਾਂ ਕਹਿ ਲਓ ਬਲੈਂਕਸ ਦੇ, ਸੌਰੀ। ਫਿਰ ਉਸ ਤੋਂ ਬਾਅਦ ਅੱਗੇ ਕੀ ਹੈਗੇ ਆ? ਉਸ ਤੋਂ ਬਾਅਦ ਜਿਹੜੇ ਆ ਇਹ ਤੋਂ ਥੱਲੇ ਤੱਕ ਇਹ ਹੈਗੇ ਤੁਹਾਡੇ ਟਰੂ ਫਾਲਸ ਦੇ। ਠੀਕ ਹੈ, ਅੱਛਾ, ਹੁਣ ਸੋਲਵ ਕੀ ਕਰਨਾ? ਸਭ ਤੋਂ ਪਹਿਲਾਂ ਆਪਾਂ ਸੋਲਵ ਕਰਾਂਗੇ ਤੁਹਾਡੇ ਸਮਰੀ, ਸੌਰੀ ਬਲੈਂਕਸ। ਅੱਛਾ, ਹੁਣ ਕੀ ਆ ਕਿ ਹੁਣ ਲੋਕੇਸ਼ਨ ਲੱਭ ਚੁੱਕੀ ਹੈ, ਕੀਵਰਡ ਲੱਭ ਚੁੱਕੇ ਆ, ਪ੍ਰੋਪਰ ਤੁਹਾਨੂੰ ਪਤਾ ਲੱਗ ਗਿਆ। ਹੁਣ ਕਰਨਾ ਕੀ ਹੈ? ਹੁਣ ਕੁਐਸਚਨ ਨੂੰ ਸਮਝੋ ਧਿਆਨ ਦੇ ਨਾਲ। ਪਹਿਲਾ ਕੁਐਸਚਨ ਦੇਖੋ, ਦ ਡੈਸ਼ ਆਫ ਲੰਡਨ ਇੰਕਰੀਜ਼ਡ ਰੈਪਿਡਲੀ ਬਿਟਵੀਨ 1800 ਤੇ 1850। ਕੋਈ ਚੀਜ਼ ਲੰਡਨ ਦੀ ਇੰਕਰੀਜ਼ ਹੋਈ ਹੈ 50 ਸਾਲ ਦੇ ਵਿੱਚ। ਠੀਕ ਹੈ, ਅੱਛਾ, ਕੀ ਇੰਕਰੀਜ਼ ਹੋਇਆ? ਆਪਾਂ ਲੰਡਨ ਤੇ 1800 ਦੇ ਕੋਲ ਜਾ ਕੇ ਆਪਾਂ ਪੜ੍ਹਨਾ। ਸੋ ਆ ਰਿਹਾ ਲੰਡਨ, ਆ ਰਿਹਾ 1800। ਕੀਵਰਡ ਵਾਲੀ ਲਾਈਨ ਪੜ੍ਹਨੀ ਤੇ ਕੀਵਰਡ ਤੋਂ ਇੱਕ ਲਾਈਨ ਪਿੱਛੇ ਤੇ ਅੱਗੇ ਇਹ ਆਪਾਂ ਪੜ੍ਹਨੀਆਂ ਨੇ। ਸਿਲਸਿਲੇ ਪਹਿਲੀ ਲਾਈਨ ਆਪਾਂ ਸ਼ੁਰੂ ਤੋਂ ਹੀ ਪੜ੍ਹਨਾ। In the first half of 1880s, ਹੁਣ ਜਸਟ ਇਮੇਜਿਨ ਦੈਟ ਕਿ ਉਹਨਾਂ ਨੇ 1850 ਨਹੀਂ ਲਿਖਿਆ, ਉਹਨਾਂ ਨੇ ਫਸਟ ਹਾਫ ਲਿਖਤਾ। ਜਸਟ ਇਮੇਜਿਨ ਕਰੋ ਉਹਨਾਂ ਨੇ ਕਿਸ ਢੰਗ ਨਾਲ ਇਹਨੂੰ ਪੈਰਾਫ੍ਰੇਜ਼ ਕੀਤਾ। ਠੀਕ ਹੈ, in the first half of 18th century, London's population grew at astonishing rate. ਲੰਡਨ ਦੀ ਪੋਪੂਲੇਸ਼ਨ ਵਧੀ ਹੈ। ਤੁਹਾਨੂੰ ਅੱਗੇ ਪੜ੍ਹਨ ਦੀ ਲੋੜ ਹੀ ਨਹੀਂ, ਤੁਹਾਡਾ ਆਨਸਰ ਮਿਲ ਗਿਆ। ਸੋ ਪਹਿਲਾ ਆਨਸਰ ਕੀ ਹੈ? The dash of London increased, the population of London increased rapidly. So पहला answer is your population. ठीक है, अच्छा, next answer, अगला आंसर, पहला क्वेश्चन पढ़ ली, सॉरी। नेक्स्ट इज सेकंड आ रहा जी ਤੁਹਾਡਾ ਚਾਰल्स ਪੀਅਰਸਨ ਤੋਂ ਥੱਲੇ। ਉਹ ਕੀ ਹੈ? building the railway would make it possible to move people to better housing in dash. ਜਦੋਂ ਰੇਲਵੇ ਬਿਲਟ ਹੋਏਗਾ ਉਹਦੇ ਨਾਲ ਪੋਸੀਬਲ ਹੋਏਗਾ ਲੋਕਾਂ ਨੂੰ ਇੱਕ ਥਾਂ ਤੋਂ ਦੂਜੇ ਪਾਸੇ ਲੈ ਕੇ ਜਾਣਾ। ਇਨ ਵਾਟ? ਠੀਕ ਹੈ, ਹੁਣ ਉਹ ਥਾਂ ਕਿਹੜੀ ਹੈ ਜਿੱਥੇ ਲੈ ਕੇ ਜਾਣਾ ਉਹਨਾਂ ਨੂੰ? ਠੀਕ ਹੈ, ਆਲ ਰਾਈਟ, ਆ ਗਿਆ ਜੀ ਤੁਹਾਡਾ ਚਾਰल्स ਪੀਅਰਸਨ। ਹੁਣ ਜੈਸਾ ਦੇਖੋ, ਹਾਰਸ ਡਰਾਉਨ ਟ੍ਰੈਫਿਕ ਤੋਂ ਥੱਲੇ ਸੀਗਾ, ਆ ਗਿਆ ਤੁਹਾਡਾ ਬੰਦੇ ਦਾ ਨਾਮ। ਆਪਾਂ ਕਰਨਾ ਕੀ ਆ? ਇੱਥੋਂ ਪੜ੍ਹਨਾ ਪੂਰਾ, ਇੱਥੋਂ ਸ਼ੁਰੂ ਹੋ ਜਾਓ। Amongst the most vocal advocates for the solution to the London traffic problem was Charles Pearson, who worked as solicitor for City of London. He saw both social and economical advantages in building an underground railway that would link. अच्छा, ਹੁਣ ਕਿਹੜੀ ਚੀਜ਼ ਨੂੰ ਲਿੰਕ ਕਰੇਗਾ? ਹੁਣ ਧਿਆਨ ਨਾਲ ਦੇਖੋ, overground railway stations together and clear London slums at the same times. अच्छा, London slums ਨੂੰ ਉਹ clear ਕਰੇਗਾ। His idea was to relocate the poor people who were living in the inner city, ठीक है जी, to the newly constructed suburbs to provide cheap rail transport to get them back to the work. So basically ਉਹ ਕਰ ਕੀ ਰਿਹਾ ਸੀਗਾ? ਉਹਨੇ ਤਾਂ ਬਣਾਇਆ ਸੀਗਾ ਤੁਹਾਡਾ ਉਹ ਰੇਲਵੇ ਸਟੇਸ਼ਨ, ਜਾਂ ਕਹ ਲਓ ਕਿ ਅੰਡਰਗਰਾਊਂਡ ਰੇਲਵੇ, ਤਾਂ ਕਿ ਜਿਹੜੀ ਵਰਕਿੰਗ ਲੇਬਰ ਹੈ, ਜਿਹੜੀ ਕਿ ਪੂਅਰ ਲੇਬਰ ਹੈ, ਉਹਨਾਂ ਨੂੰ ਸਲਮਸ ਚੋਂ ਕੱਢ ਕੇ ਉਹਨਾਂ ਨੂੰ ਇੱਕ ਬੈਟਰ ਹਾਊਸਿੰਗ ਦਿੱਤੀ ਜਾਵੇ
किथे इन द सबर्ब्स एंड ऑल। हुण एक बार क्वेश्चन दोबारा पढ़ ली एंड देन कंफर्म कर लिया आंसर नू। हाँ जी, बिल्डिंग द रेलवे वुड मेक इट पॉसिबल टू मूव पीपल टू बेटर हाउसिंग इन सबर्ब्स। ठीक है, उन्होंने स्लम्स तो कट के सबर्ब्स वाले पासे लेके जाना इंपॉर्टेंट सीगा। सो आ रहा जी तुहाडा आंसर सबर्ब्स। आ देखो न्यूली कंस्ट्रक्टेड सबर्ब्स। ठीक है, आ लो जी कित्थों लेके जाना सीगा पुअर वर्कर्स नू लिविंग इन इनर सिटी। ठीक है, सेकंड तुहाडा आ गया। अच्छा थर्ड की है, थर्ड पढ़ लो ध्यान देना। अ नंबर ऑफ डैश एग्रीड विद पियर्सन्स आइडिया। अ नंबर ऑफ व्हाट, हो सकदा पॉलिटिशियंस होण, हो सकदा लॉयर्स होण, मतलब कोई कैटेगरी ऑफ पीपल होणगे, पर्सन होणगे कुछ ना कुछ। अच्छा ए आइडिया कित्थे गया इहदा, आ रहा। अच्छा आपां करना की आ रहा आइडिया। ठीक है, दिस वाज द आइडिया, इहदा आंसर इत्थे की होना चाहिए किते ना किते। अच्छा Pearson's ideas gained support among some businessmen and inna he submitted a plan to the parliament. Businessmen की support मिली। हाँ जी बिल्कुल ठीक है। A number of businessmen agreed with Pearson's idea. Answer is your businessman. ठीक है। अच्छा the company initially had problems getting the dash needed for the project. ਹੁਣ ਕੰਪਨੀ ਨੂੰ ਕੀ ਚਾਹੀਦਾ ਹੁੰਦਾ ਜਿਹੜੀ ਕਿ ਪ੍ਰੋਬਲਮ ਆ ਰਹੀ ਸੀਗੀ। ਇੱਕ ਤਾਂ ਉਹਨਾਂ ਨੂੰ ਹੋ ਸਕਦਾ ਕੋਈ ਨਾ ਕੋਈ ਪਰਮਿਸ਼ਨ ਚਾਹੀਦੀ ਹੋ ਸਕਦਾ, ਦੂਜਾ ਕੰਪਨੀਜ਼ ਨੂੰ ਕੰਸਟਰਕਸ਼ਨ ਲਈ ਪੈਸੇ ਚਾਹੀਦੇ ਹੁੰਦੇ ਆ ਸੋ ਦਿਮਾਗ ਵਿੱਚ ਪਹਿਲਾਂ ਹੀ ਦੋ ਆਨਸਰਸ ਆ ਰਹੇ ਨੇ। ਅੱਛਾ ਹੁਣ ਇਹਨੂੰ ਸੋਲਵ ਕਰਦੇ ਆਪਾਂ ਨੂੰ ਚਾਹੀਦਾ ਕੀ ਹੈ, ਦੇਖੋ ਕਿੱਧਰ ਗਿਆ, ਅਲਾਓ ਜੀ ਆ ਰਿਹਾ, ਆ ਗਈ ਜੀ वर्ड ਤੁਹਾਡਾ कंपनी। ठीक है जी। अच्छा कंपनी प्लान, फिर कीवर्ड आ गया फलाना टू फलाना फलाना फलाना। हाँ जी द ऑर्गेनाइजेशन, आ देखो इमेजिन, देखो उन्होंने हुण वर्ड पैराफ्रेज किया कंपनी ऑर्गेनाइजेशन दे नाल। ऑर्गेनाइजेशन हैड डिफिकल्टी इन रेजिंग द फंडिंग फॉर सच अ रेडिकल एंड एक्सपेंसिव स्कीम, नॉट लीस्ट बिकॉज ऑफ क्रिटिकल आर्टिकल्स प्रिंटेड बाय द प्रेस। सो पहला आंसर तुहाडा जिहड़ा हैगा आ वो हैगा तुहाडा फंडिंग आ रहा जी। ठीक है, इनिशियली हैड प्रॉब्लम्स इन गेटिंग फंडिंग दे नीडेड फॉर द प्रोजेक्ट। अगला आंसर भी तुहानूं नाल ही मिल गया, नेगेटिव आर्टिकल्स अबाउट द प्रोजेक्ट अपीयर्ड इन द डैश। हुण आर्टिकल्स कित्थे लिखे जांदे आ, बट ऑब्वियसली गल न्यूज़पेपर या मैगजीन्स विच। सो ओहदा जिहड़ा आंसर तुहाडा हैगा दैट इज योर, आ देखो क्रिटिकल आर्टिकल्स प्रिंटेड इन द प्रेस। ठीक है, सो इस तरह दे नाल अगला देखो जी। अच्छा हुण देखो ध्यान दे नाल, पंजवां लभ गया तुहानूं। हुण अगला कीवर्ड है तुहाडा कट एंड कवर, इस तो थल्ले आंसर अगला। अच्छा है की आ, विद द कंप्लीशन ऑफ ब्रिक आर्क द टनल वाज कवर्ड विद डैश। हुण कट एंड कवर तकनीक दे विच कोई ब्रिक आर्क बनाउंदे ने, आर्क हुंदा जिवें ओह तुहाडा कर्व हुंदा पुलां थल्ले। ठीक है, उहनूं किसी चीज़ नाल कवर करदे आ। हुण किहड़ी चीज़ नाल कवर करदे आ, पहली गल ते कित्थे गया, आ रहे जी कट एंड कवर, लभ गया कट एंड कवर। अच्छा ब्रिक आ लिखा होया, फिर भी पढ़ लेने। A trench about 10 meters wide and 6 meters deep was dug and the size temporarily held up with the timber beams. Brick walls were then constructed and finally a brick arc was added to create a tunnel. Very good. A 2-meter deep layer of soil was laid on the top of the tunnel and the road was built. Now just imagine करो कि तुहाडा जिहड़ा आंसर है की है, डीप लेयर ऑफ सॉइल लिखिया उन्होंने जिन्हें कवर होया। आंसर है तुहाडे ओनली वन वर्ड, सो आंसर इज योर सॉइल। ठीक है, सो इस हिसाब नाल तुसी सॉल्व कीता। हुण इमेजिन करो कीवर्ड्स नाल होया की है, जिद्दां हुण आ हिस्से आ आपां तां पढ़े ही नहीं, आह वाले आ भी नहीं पढ़िया, आ बिल्कुल नहीं पढ़िया, फिर इहदे विच भी आ चीज़ां बारे आपां पढ़े ही नहीं, है ना, आ नहीं पढ़िया, पूरे नहीं पढ़िया। सो बेसिकली जिहड़े कीवर्ड्स वो करदे की है, दे जस्ट गिव यू प्रॉपर स्पेस जिहड़ी कि तुसीं पढ़नी है एंड जिस हिसाब नाल फिर करके करदे तुसीं गां जाके अपनी रीडिंग सॉल्व करनी है। सो इस चीज़ का थोड़ा ध्यान रखो कि कीवर्ड्स क्यों इंपॉर्टेंट है। इसे करके कहा जाता कि पहले क्वेश्चंस पढ़ लो, फिर उन्होंने कीवर्ड्स लभ लो, फिर दोबारा क्वेश्चंस की अंडरस्टैंडिंग करो। ठीक है, दैट वुड बी ईजी। अच्छा हुण उस तो बाद अगले सॉल्व की करने हैं, लेट्स सॉल्व द ट्रू फॉल्स। हुण ट्रू फॉल्स से आपां कीवर्ड लभे होए आ, आपां करना की है, व्हाट इज सपोज टू बी डन, आपां सब तो पहला
कीवर्ड्स ਲੱਭ ਲਏ, पता लग गया। ਆਪਾਂ ਇਹਨਾਂ ਦੀ ਹੁਣ ਜਿਹੜੀ ਹੈਗੀ ਆ ਪ੍ਰੋਪਰ ਅੰਡਰਸਟੈਂਡਿੰਗ ਕਰਾਂਗੇ, ਫੇਰ ਜਾ ਕੇ ਦੁਬਾਰਾ ਲੱਭਾਂਗੇ। ਹੁਣ ਕੁਐਸਚਨ ਕੀ ਆ, ਅਦਰ ਕੰਟਰੀਜ਼ had built underground railway before metropolitan line was opened। ਇਹ ਕਹਿੰਦੇ ਨੇ ਜਦੋਂ ਮੈਟਰੋਪੋਲੀਟਨ ਲਾਈਨ ਓਪਨ ਹੋਈ ਆ ਉਹ ਤੋਂ ਪਹਿਲਾਂ ਅਦਰ ਕੰਟਰੀਜ਼ ਨੇ ਅੰਡਰਗਰਾਉਂਡ ਰੇਲਵੇਜ਼ ਬਣਾ ਲਏ ਸੀ। ਆਪਾਂ ਇਹ ਚੈੱਕ ਕਰਨਾ ਕਿ ਬਣਾਏ ਸੀ ਨਹੀਂ ਬਣਾਏ ਸੀ ਕਿ ਗੱਲ ਹੋਈ ਨਹੀਂ, ਠੀਕ ਹੈ। ਅੱਛਾ, ਇਹਦੀ ਲੋਕੇਸ਼ਨ ਹੈਗੀ ਹੈ ਤੁਹਾਡੀ ਆ ਰਿਹਾ, ਹਾਂਜੀ, ਦ ਮੈਟਰੋਪੋਲੀਟਨ ਲਾਈਨ which opened on 10th January 1863 was world's first underground railway। world's first underground railway। क्वेश्चन च लिखा है कि other countries have built underground railways before the metropolitan was, you know, key word सीगा, before it was opened। हुण उत्थे लिखा कि पहली है, that means your answer is false, क्योंकि उत्थे लिखा होया कि वो पहली है, वर्ल्ड फर्स्ट, उत्थे लिखा बाकी कंट्रीज ने बना ली क्वेश्चन दे विच, सो दैट इज कॉन्ट्राडिक्टरी, सो आंसर इज योर फॉल्स। सेकंड देखो, मोर पीपल देन प्रेडिक्टेड ट्रेवल्ड ऑन द मेट्रोपॉलिटन लाइन ऑन द फर्स्ट डे। मतलब ज्यादा लोग जिन्हें प्रेडिक्ट कीते सी वो तो ज्यादा लोकां ने ट्रेवल कीता ऑन दैट लाइन ऑन द फर्स्ट डे। चेक करते हैं, ये आ रहा जी। अच्छा, ऑन द फर्स्ट डे 40,000 passengers were carried between these places। The journey took 18 minutes। By the end of the metropolitan's first year of operation 9.5 million journeys have been made। बच्चे ਇਹਦੇ ਵਿੱਚ ਤਾਂ ਪ੍ਰੈਡਿਕਸ਼ਨ ਦੀ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਬੰਦਿਆਂ ਦੀ ਗੱਲ ਕੀਤੀ ਹੈ। ਉਹਨਾਂ ਨੇ ਇਹ ਗੱਲ ਕੀਤੀ ਕਿ ਤੁਹਾਡੇ ਜਿਹੜੇ 40,000 ਬੰਦਾ ਆਇਆ ਉਹਨਾਂ ਨੇ ਪਹਿਲੇ ਦਿਨ ਟਰੈਵਲ ਕੀਤਾ, ਪਰ ਇੱਥੇ ਕਿਤੇ ਵੀ ਜ਼ਿਕਰ ਨਹੀਂ ਹੈਗਾ ਤੁਹਾਡੀ ਪ੍ਰੈਡਿਕਸ਼ਨ ਦਾ। एंड अगर प्रोडिक्शन का जिक्र ही नहीं है, दैट मीनस आंसर इज योर नॉट गिवन। हुण नॉट गिवन का पता किदा लगदा, नॉट गिवन का पता उदों लगदा है जदों एक एडिशनल एक इन्फॉर्मेशन दित्ती हुंदी है। फॉर एग्जांपल हुण एक बड़ी सिंपल जी पंजाबी च गल है कि अगर तो लिखिया होया मैं रोटी खाधी, इन द रीडिंग पैसेज लिखिया होया स्टेटमेंट है, टिपिकल पंजाबी समझा रहे हैं कि मैं रोटी खाधी, दैट इज रिटन इन द रीडिंग पैसेज, एंड क्वेश्चन च लिखा मैं रोटी नहीं खाधी, दैट मीन्स दैट इज फॉल्स, बिकॉज उन्होंने बिल्कुल ऑपोजिट किया। बट अगर क्वेश्चन दे विच इन्ना मतलब इन्नी भी इंफॉर्मेशन ज्यादा है, फॉर एग्जांपल लिखा होवे मैं चाह नाल रोटी खाधी या मैं अचार नाल रोटी खाधी, वो अचार नाल रोटी खाना दैट इज ऑल्सो नॉट गिवन। इन्नी भी डिटेल अगर ज्यादा दिती है ਇਹਦਾ मतलब वो आंसर नॉट गिवन है। सेम इज द केस जो हुणे इस तुहाडी प्रेडिक्शन नूं लैके होया, ठीक है। अच्छा, नेक्स्ट क्वेश्चन ध्यान नाल देखो, अगला क्वेश्चन है जी, द यूज ऑफ वेंटिलेशन शाफ्ट्स फेल्ड टू प्रिवेंट पोल्यूशन इन द टनल्स। वेंटिलेशन शाफ्ट जो यूज होए ने वो जिहड़ा आ दे फेल्ड टू प्रिवेंट पोल्यूशन, ठीक है, वो फेल हो गए सीगे पोल्यूशन प्रिवेंट करन दे विच। ਹੁਣ ਵੈਂਟੀਲੇਸ਼ਨ ਸ਼ਾਫਟ ਆਪਾਂ ਕਿੱਥੇ ਲੱਭਿਆ ਸੀ, ਆ ਰਿਹਾ ਜੀ ਵੈਂਟੀਲੇਸ਼ਨ ਸ਼ਾਫਟ, ਠੀਕ ਹੈ ਜੀ, ਆ ਲੱਭਿਆ। ਆਪਾਂ ਕਰਨਾ ਕੀ, ਆਪਾਂ ਲਾਈਨ ਇੱਥੋਂ ਪੜ੍ਹਨੀ ਹੈ। ਇੰਸਟੈਡ ਦ ਲਾਈਨ ਯੂਜ਼ ਸਪੈਸੀਫਿਕਲੀ ਡਿਜ਼ਾਈਨਡ ਲੋਕੋਮੋਟਿਵਸ that were fitted with water tanks in which steam could be condensed। ਇੱਥੇ ਆਨਸਰ ਨਹੀਂ ਹੈ। However, smoke and fumes remained a problem even though ventilation shafts were added to the tunnels। ਇਹਦਾ ਮਤਲਬ ਉਹ ਪੋਲਿਊਸ਼ਨ ਨਹੀਂ ਕੰਟਰੋਲ ਕਰ ਪਾਏ, ਤੁਹਾਡੀ ਜਿਹੜੀ ਸਮੋਕ ਹੈ ਤੁਹਾਡੀ ਜਿਹੜੀ ਫਿਊਮਸ ਹੈ ਉਹ ਉਦਾਂ ਹੀ ਰਹੀਆਂ ਜਿੱਦਾਂ ਪਹਿਲਾਂ ਸੀਗੇ। ਸੋ ਦੈਟ ਮੀਨਸ ਯੋਰ ਆਨਸਰ ਇਜ਼ ਯੋਰ ਟਰੂ, ਇਹ ਆਨਸਰ ਤੁਹਾਡਾ ਟਰੂ ਹੈ, ਠੀਕ ਹੈ। ਨਾਓ ਜਸਟ ਇਮੇजिन, ਅੱਗੇ ऑब्जर्व करो, अगला देखो, आ रहा जी, a different approach from cut and cover technique was required in London's central area। ਹੁਣ ਇਹ ਕਹਿੰਦੇ ਨੇ ਕਿ ਇੱਕ ਡਿਫਰੈਂਟ ਅਪਰੋਚ ਚਾਹੀਦੀ ਹੈ ਫਰੋਮ ਦ ਕਟ ਐਂਡ ਕਵਰ ਟੈਕਨੀਕ ਜੋ ਪਹਿਲਾਂ ਹੋਈ ਹੈ, ਠੀਕ ਹੈ, ਇਨ ਲੰਡਨਸ ਸੈਂਟਰਲ ਏਰੀਆ। ਅੱਛਾ, ਇਹ ਹੈਗਾ ਜੀ ਤੁਹਾਡਾ 10th ਕਟ ਐਂਡ ਕਵਰ। कट एंड कवर इत्थे रिपीट होना चाहिए, आ रहा जी कट एंड कवर। बच्चा इमेजिन करो एक कट एंड कवर ये लिखिया सीगा ते एक कट एंड कवर आपां इत्थे कीता। ਉਹ ਲੋਕੇਸ਼ਨ ਹੈਗੀ ਆ ਤੁਹਾਡੀਆਂ ਸਮਰੀ ਦੀ ਜਾਂ ਤੁਹਾਡੀ ਬਲੈਂਕਸ ਦੀ,
ਆਹ ਵਾਲੀ ਲੋਕੇਸ਼ਨ ਹੈਗੀ ਤੁਹਾਡੀ ਫॉर ਤੁਹਾਡੀ ਜਿਹੜੀ ਟਰੂ ਫਾਲਸ ਹੈ। ਅੱਛਾ ਹੁਣ ਇਹਨੂੰ ਕਰਨਾ ਕੀ ਆ, ਧਿਆਨ ਨਾਲ ਪੜੋ। The cut and cover method of construction was not an option in this part of the capital. The only alternative was tunnel deep ground. क्वेश्चन एक बार फिर पढ़ लिए। क्वेश्चन की है a different approach from the cut and cover technique was required. हाँ उन्होंने क्या एक different approach चाहिए सीगी। ਹੁਣ just imagine that ਇੱਥੇ ਕੀ ਲਿਖਿਆ ਹੋਇਆ, ਇੱਥੇ ਵੀ ਉਹਨਾਂ ਨੇ ਉਹੀ ਲਿਖਿਆ ਹੋਇਆ that ਇੱਕ different approach ਚਾਹੀਦੀ ਸੀਗੀ। ਸੋ ਉਹ ਇੱਕ ਹੈਗੀ ਆ, ਉਹ ਕਿਹੜੀ ਆ, ਉਹ ਤੁਹਾਡੀ ਟਨਲ ਡੀਪ ਅੰਡਰਗਰਾਉਂਡ ਹੈ। ਠੀਕ ਹੈ, that is a second approach। ਸੋ ਇਹਦਾ ਆਨਸਰ ਮਤਲਬ ਕੀ ਹੈ ਤੁਹਾਡਾ ਹੈਗਾ ਟਰੂ। ਠੀਕ ਹੈ, ਸਮਝ ਲੱਗ ਗਿਆ ਕਿੱਦਾਂ ਆਇਆ ਹੈ ਟਰੂ? ਜਸਟ ਬਿਕੋਜ਼ ਇੱਥੇ ਆ ਲਿਖਿਆ ਹੋਇਆ ਦੇਖੋ the only alternative। ठीक है, अच्छा अगला देखो 11th ऑब्जर्व करो। The windows on the city and the south wall trains were at the eye level। ये eye level ਤੇ ਸੀ। ਹੁਣ imagine that कि ਇੱਥੇ ਕਿੱਥੇ ਲਿਖਿਆ ਵਿੰਡੋਜ਼ ਦੀ ਗੱਲ ਹੋਈ ਹੈ ਕਿਤੇ? just observe करो विंडोज 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 आ रहा है जी, विंडोज लिखा हुआ है। अच्छा कीवर्ड तो एक लाइन उत्ते वाली एक लाइन थले वाली। The trains were made up with 3 carriages and driven by electric engines, were narrow and had tiny windows just below the roof। ਹੁਣ ਉੱਥੇ ਲਿਖਿਆ at the level of eye, ਉੱਥੇ ਲਿਖਿਆ at the level of the roof। ठीक है, now that means ਇਹ answer false है। ਅੱਗੇ ਪੜ੍ਹ ਲੈਂਦੇ ਆ ਕਨਫਰਮ ਕਰਨ ਲਈ। because it was thought that passengers would not want to look out of tunnel walls। हाँ answer is your false, ਕਿਉਂਕਿ ਉਹ ਰੂਫ ਦੇ ਬਿਲਕੁਲ ਥੱਲੇ ਸੀਗੀਆਂ। ਇੱਥੇ ਲਿਖਿਆ ਕਿ ਉਹ ਇੱਕ ਆਈ ਲੈਵਲ ਤੇ ਸੀ। ਠੀਕ ਹੈ, ਅੱਛਾ now the next question ਅਗਲਾ ਦੇਖੋ। The city and South London Railway was a financial success। ठीक है, अच्छा City and South London Railway आ रहा जी, City and South London Railway आ लभ्या। अच्छा although City and South London Railway was a great technical achievement, it did not make profit। Answer is false। ਉੱਥੇ ਲਿਖਿਆ ਉਹ ਇੱਕ financial success ਸੀਗਾ, ਇੱਥੇ ਲਿਖਿਆ that it did not make any profit। ਠੀਕ ਹੈ, ਸੋ contradict ਕਰ ਰਿਹਾ। अच्छा लास्ट क्वेश्चन ਕਿਹੜਾ ਆ? trains on the Tupimani tube nearly always ran on time। ਜਿਹੜੀ Tupimani tube ਹੈ ਉਹਦੇ ਵਿੱਚ it ran almost on time। ਆ ਰਿਹਾ ਜੀ ਤੁਹਾਡਾ Tupimani tube। Then in 1900 the Central London Railway known as the Tupimani tube began operation using new electronic locomotives engines on the by the way। It was very popular and soon afterwards new railway extensions were added to the growing tube network। By 1907 the heart of today underground system was in place। Hold on, ran on time, ਇੱਥੇ ਤਾਂ time ਦੀ ਗੱਲ ਹੀ ਨਹੀਂ ਹੋਈ। Now that means this answer is not given just because ਇੱਥੇ ਕੋਈ ਵੀ time ਦਾ ਜ਼ਿਕਰ ਨਹੀਂ ਹੈਗਾ। They are just referring ਕਿ it was very popular, ਹੋਰ growth ਹੋਈ ਹੈ 1907 ਵਿੱਚ। It became the heart of today's underground system of in place। ठीक है, so that means that is not given। ठीक है, now बच्चा we have solved it। ਇਹਨੂੰ ਧਿਆਨ ਨਾਲ ਚੀਜ਼ ਸਮਝੋ, ਇਹਦੇ ਵਿੱਚ ਜਿਹੜੀ ਚੀਜ਼ ਸਾਨੂੰ ਸਿੱਖਣੀ ਚਾਹੀਦੀ ਹੈ। We have not read the whole passage। keywords ਲੱਭੇ ਆ, ਉਸ ਤੋਂ ਬਾਅਦ ਉਹਨਾਂ ਨੂੰ ਲੋਕੇਟ ਕੀਤਾ। ਲੋਕੇਟ ਕਰਨ ਤੋਂ ਬਾਅਦ ਕੁਐਸਚਨ ਸਮਝੇ ਆ ਕਿ ਕਿਸ ਤਰ੍ਹਾਂ ਦਾ ਆਨਸਰ ਆਉਣਾ ਚਾਹੀਦਾ। ਕੁਐਸਚਨ ਜਿੱਥੇ ਲੋਕੇਟ ਹੋਇਆ ਸੀਗਾ ਕੀਵਰਡ, ਉੱਥੇ ਜਾ ਕੇ ਦੁਬਾਰਾ 2 ਲਾਈਨਾਂ ਪੜ੍ਹੀਆਂ and answer extract out कर लिया। ਇਹਦੇ ਨਾਲ ਹੋਊਗਾ ਕਿ with this method you will be able to ਇੱਕ ਤਾਂ ਆਪਣਾ ਟਾਈਮ ਬਚਾਓਗੇ, you will be able to solve it in time। ਦੂਜੀ ਗੱਲ ਤੁਹਾਡੇ ਦਿਮਾਗ ਤੇ ਬਹੁਤਾ ਪ੍ਰੈਸ਼ਰ ਨਹੀਂ ਪਏਗਾ। ਬਿਕੋਜ਼ ਹੁੰਦਾ ਕੀ ਹੈ, ਰੀਡਿੰਗ ਨੂੰ ਲੈ ਕੇ ਬੱਚੇ ਦੇ ਮਨ 'ਚ ਬਹੁਤ ਪ੍ਰੈਸ਼ਰ ਹੈ। ਠੀਕ ਹੈ, and with this method you can easily solve it without even properly reading the passage। You are just skimming it and solving the main part। ठीक है, इस तरह होर रीडिंग्स भी अगे सॉल्व करांगे। ठीक है, इन फ्यूचर इन कमिंग डेज मेरी कोशिश है मैं 17th बुक जिन्नियां भी बुक्स है मैं उन्होंने थॉरली एक बारी सॉल्व कर दिया, चाहे रीडिंग है, चाहे राइटिंग है, चाहे लिस्टिंग है। टिल देन थैंक यू सो मच, बहुत चंगा लगा। एंड तुसी इस दोबारा देखो, एक बारी फिर देखो एंड इदों सीखो किस ढंग दे नाल करनी है।
ਤਾਂ ਕਿ ਤੁਹਾਡੀ ਰੀਡਿੰਗ ਹੋਰ ਜ਼ਿਆਦਾ ਇੰਪਰੂਵ ਹੋ ਸਕੇ। ਸ਼ੇਅਰ ਦਿਸ ਚੈਨਲ ਐਸ ਮਚ ਐਸ ਯੂ ਕੈਨ ਸੋ ਦੈਟ ਹੋਰ ਬੱਚੇ ਵੀ ਇਸ ਤੋਂ ਸਿੱਖ ਸਕਣ ਐਂਡ ਇੱਕ ਤਰ੍ਹਾਂ ਇਹ ਕੁਨਬਾ ਹੋਰ ਵਧੇ ਐਂਡ ਫੁੱਲੇ। ਥੈਂਕ ਯੂ ਸੋ ਮਚ ਐਂਡ ਗॉड ਬਲੈਸ ਯੂ। ਬਹੁਤ ਬਹੁਤ ਸ਼ੁਕਰੀਆ। ਆਲ ਦ ਬੈਸਟ ਫॉर योर प्रिपरेशन ਐਂਡ ਜਿਨ੍ਹਾਂ ਦੇ ਪੇਪਰ ਆ ਰਹੇ ਆ ਪਲੀਜ਼ ਆਪਣਾ ਬੈਸਟ ਦਿਓ ਐਂਡ ਚੈਰਿਸ਼ योर ड्रीम्स। शुक्रिया।